परम सन्मान जो गुरु सवारियो गुरु फतेह दी सांझ करो जी। वाहगुरु जी का खालसा वाहगुरु जी की फतेह। ਐਸਐਮਸੀ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਹਰ ਮੰਗਲਵਾਰ ਅਸੀਂ ਸਤਬਾਣੀ ਦੀ ਲੜੀਵਾਰ ਵਿਚਾਰ ਕਰ ਰਹੇ ਹਾਂ। ਸਤਬਾਣੀ ਬਾਬਾ ਸੁੰਦਰ ਜੀ ਦੀ ਲਿਖੀ ਹੋਈ ਹੈ। ਗੁਰੂ ਅਮਰਦਾਸ ਮਹਾਰਾਜ ਨੇ ਅਕਾਲ ਚਲਾਣੇ ਸਮੇਂ ਜੋ ਸੁਨੇਹਾ ਜੋ ਸੱਦਾ ਜੋ ਸੰਦੇਸ਼ ਗੁਰੂ ਕੇ ਸੰਗਤਾਂ ਨੂੰ ਦਿੱਤਾ, ਬਾਬਾ ਸੁੰਦਰ ਜੀ ਨੇ ਉਹਨੂੰ ਨੋਟ ਕੀਤਾ ਔਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਸ ਰਚਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਦਿੱਤੀ। ਇਹ ਹਰ ਸਿੱਖ ਲਈ, ਹਰ ਜਗਿਆਸੂ ਲਈ, ਗੁਰਮਤਿ ਧਾਰਨ ਕਰਨ ਵਾਲੇ ਹਰ ਵਿਅਕਤੀ ਲਈ ਇਹ ਸੰਦੇਸ਼ ਪੜ੍ਹਨਾ ਬੜਾ ਜ਼ਰੂਰੀ ਹੈ। 3 ਪੌੜੀਆਂ ਦੀ ਵਿਚਾਰ ਅਸੀਂ 7 ਦੀ ਪਹਿਲਾਂ ਕਰ ਚੁੱਕੇ ਹਾਂ। ਚੌਥੀ ਪੌੜੀ ਦੀ ਵਿਚਾਰ ਅੱਜ ਅਸੀਂ ਕਰ ਰਹੇ ਹਾਂ। ਸਤਿਗੁਰੂ ਭਾਣੈ ਆਪਣਾ ਵੈ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਇਹ ਬਹੁਤ ਹੀ ਪਿਆਰੇ ਬਚਨ ਹਨ ਗੁਰੂ ਅਮਰਦਾਸ ਮਹਾਰਾਜ ਨੇ ਜਿਹੜੇ ਬੋਲੇ ਔਰ ਬਾਬਾ ਸੁੰਦਰ ਜੀ ਨੇ ਲਿਖੇ। ਉਹਨਾਂ ਦੇ ਵਿਚਾਰ ਸਾਡੇ ਨਾਲ ਸਾਂਝੇ ਕਰ ਰਹੇ ਹਨ ਵੀਰ ਵਰਿੰਦਰਪਾਲ ਸਿੰਘ ਜੀ। ਬੇਨਤੀ ਕਰਦਾ ਹਾਂ ਵੀਰ ਜੀ ਕਿਰਪਾ ਕਰੋ ਜੀ, ਅੱਜ ਦੀ ਵਿਚਾਰ ਆਪ ਜੀ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਜੀਓ। ਪਿਆਰੇ ਸਤਸੰਗੀਓ, ਜੂਮ ਕਲਾਸ ਵਿੱਚ ਸਿੱਖ ਮਿਸ਼ਨਰੀ ਕਾਲਜ ਦੇ USA ਦੀ ਹਾਜ਼ਰੀ ਭਰ ਰਹੇ ਸਮੂਹ ਸਤਸੰਗੀਆਂ ਨੂੰ ਮੇਰੀ ਗੁਰੂ ਫਤਿਹ ਪ੍ਰਵਾਨ ਹੋਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜਿਸ ਤਰ੍ਹਾਂ ਵੀਰ ਹਰਜੀਤ ਸਿੰਘ ਜੀ ਪਾਸੋਂ ਸੁਣ ਹੀ ਲਿਆ ਹੈ ਕਿ ਸਤਬਾਣੀ ਦੀ ਵਿਚਾਰ ਅਸੀਂ ਪਿਛਲੇ ਕੁਝ ਹਫ਼ਤਿਆਂ ਤੋਂ ਕਰਦੇ ਚਲੇ ਆ ਰਹੇ ਹਾਂ। ਅੱਜ ਚੌਥੀ ਪੌੜੀ ਦੀ ਵਿਚਾਰ ਅਸੀਂ ਕਰਨੀ ਹੈ। ਚੌਥੀ ਪੌੜੀ ਦੀ ਵਿਚਾਰ ਤੋਂ ਪਹਿਲਾਂ ਤੀਜੀ ਪੌੜੀ ਦੀ ਜੋ ਵਿਚਾਰ ਹੈ ਉਸ ਨੂੰ ਥੋੜਾ ਜਿਹਾ ਆਪਾਂ ਕਰ ਲਈਏ, ਜਿਸ ਦੇ ਨਾਲ ਅਗਲੀ ਪੌੜੀ ਦਾ ਲਿੰਕ ਜਿਹੜਾ ਹੈ ਜੋੜਨਾ ਸੁਖਾਲਾ ਹੋ ਜਾਏਗਾ। ਸਤਿਗੁਰੂ ਅਮਰਦਾਸ ਜੀ ਨੇ ਜੋ ਅੰਤਮ ਸਮੇਂ ਉਪਦੇਸ਼ ਕੀਤੇ ਹਨ, ਉਹਨਾਂ ਉਪਦੇਸ਼ਾਂ ਬਾਰੇ ਬਾਬਾ ਸੁੰਦਰ ਜੀ ਨੇ ਸਤਬਾਣੀ ਦੇ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਗ ਨੰਬਰ 923 ਤੇ ਸੁਭਾਇਮਾਨ ਸ਼ਬਦ ਵਿੱਚ ਸਤਿਗੁਰੂ ਦੇ ਉਹਨਾਂ ਕੀਮਤੀ ਵਿਚਾਰਾਂ ਨੂੰ ਸਾਡੇ ਸਾਹਮਣੇ ਰੱਖਿਆ ਹੈ। ਤੀਜੀ ਪੌੜੀ ਵਿੱਚ ਕਿ ਰੱਬ ਜੀ ਦਾ ਹੁਕਮ ਅਟਲ ਹੈ, ਇਹ ਫਿਰ ਮੁੜਦਾ ਨਹੀਂ ਹੈ, ਇਹ ਕੋਈ ਇਸ ਨੂੰ ਟਾਲ ਨਹੀਂ ਸਕਦਾ ਹੈ। ਇਸ ਵਾਸਤੇ ਰੱਬ ਜੀ ਦੇ ਹੁਕਮ ਨੂੰ ਸਾਰਿਆਂ ਨੂੰ ਮੰਨਣਾ ਹੀ ਪੈਣਾ ਹੈ ਔਰ ਰੱਬ ਜੀ ਦੇ ਹੁਕਮ ਦੇ ਅੰਦਰ ਰਹਿੰਦਿਆਂ ਹੋਇਆਂ ਉਸ ਤੇ ਰੱਬੀ ਗੁਣਾਂ ਨੂੰ ਜੀਣ ਵਾਲੇ ਹਰ ਇੱਕ ਸਿੱਖ ਨੂੰ, ਹਰ ਇੱਕ ਭਗਤ ਨੂੰ ਅਕਾਲ ਪੁਰਖ ਪ੍ਰੇਮ ਕਰਦਾ ਹੈ ਔਰ ਆਪਣੀ ਗਲਵਕੜੀ ਵਿੱਚ ਲਿਆਂਦਾ ਹੈ। ਤੇ ਇਸ ਕਰਕੇ ਹਰ ਸਿੱਖ ਨੂੰ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਜ਼ਰੂਰੀ ਹੈ। ਸੋ ਪਹਿਲਾਂ ਆਪਾਂ ਚੌਥੀ ਪੌੜੀ ਦੀ ਬਾਣੀ ਦੀ ਅਸੀਂ ਸੁਣ ਲਈਏ, ਵਿਚਾਰ ਉਹਨੂੰ ਸੁਣ ਕੇ ਅਗਲੀ ਵਿਚਾਰ ਕਰਾਂਗੇ। ਸਤਿਗੁਰੂ ਭਾਣੈ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨ ਪਾਇਆ। ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨ ਪਾਇਆ। ਮਿਤ ਭੈਜੈ ਮਿਤ ਪੈਜੈ ਮਿਤ ਬਿਕਸੈ, ਜਿਸ ਮਿਤ ਕੀ ਪੈਜ ਭਾਵੈ। ਤੁਸੀਂ ਵਿਚਾਰ ਦੇਖੋ ਪੁੱਤ ਭਾਈ,
हर सतगुरु पै नावै, सतगुरु परतक होंदा, बहराज आप टिकाया, सब सिख बंदत पुत भाई, रामदास पैरी पाया। ਹੁਣ ਸਤਿਗੁਰੂ ਜੀ ਦੀ ਇਸ ਬਾਣੀ ਦੇ ਪਦ ਅਰਥਾਂ ਦੀ ਵਿਚਾਰ ਆਪਾਂ ਕਰੀਏ। ਸਤਿਗੁਰੂ ਪਾਓ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਭਾਣੇ ਆਪਣੇ ਆਪਣੇ ਭਾਣੇ ਵਿੱਚ ਆਪਣੀ ਮਰਜ਼ੀ ਨਾਲ ਬਹਿ ਬੈਠ ਕੇ ਮੈਂ ਪਿੱਛੇ ਮੇਰੇ ਪਿੱਛੋਂ ਪੈ ਜੇ ਮਾਣ ਪਾਉਂਦਾ ਹੈ, ਪਾਓ ਸਤਕਾਰ ਪਾਉਂਦਾ ਹੈ, ਬਿਗਸੇ ਖਿੜਦਾ ਹੈ, ਖੁਸ਼ ਹੁੰਦਾ ਹੈ। ਜਿਸ ਜਿਸ ਮਨੁੱਖ ਨੂੰ ਪੈਜ ਲਾਜ ਇੱਜ਼ਤ ਵਡਿਆਈ ਭਾਵੈ ਭਾਉਂਦੀ ਹੈ, ਚੰਗੀ ਲੱਗਦੀ ਹੈ, ਵਿਚਾਰ ਵਿਚਾਰ ਕੇ ਪੁੱਤ ਭਾਈ हे ਮੇਰੇ ਪੁੱਤਰੋ ਤੇ ਭਰਾਵੋ, ਸਤਿਗੁਰੂ ਗੁਰੂ ਨੂੰ ਪਹਿਨਾਵੇ ਸਿਰ ਪਾ ਦੇ ਰਿਹਾ ਹੈ, ਆਦਰ ਦੇ ਰਿਹਾ ਹੈ। ਪਰਤਕ ਹੁੰਦਿਆਂ ਇਸ ਸਰੀਰ ਵਿੱਚ ਹੁੰਦਿਆਂ ਜਿਉਂਦਿਆਂ ਹੀ ਇਹ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਬਾਰੇ ਬਿਆਨ ਕੀਤਾ ਹੈ ਬਾਬਾ ਸੁੰਦਰ ਜੀ ਨੇ। ਰਾਜ ਗੁਰਿਆਈ ਦਾ ਰਾਜ, ਗੁਰਿਆਈ ਦੀ ਗੱਦੀ ਟਿਕਾਇਆ, ਥਾਪ ਦਿੱਤਾ। ਬੰਦਪ ਸ਼ਾਕ ਅੰਗ ਰਾਮਦਾਸ ਪੈਰੀ, ਗੁਰੂ ਰਾਮਦਾਸ ਜੀ ਦੇ ਪੈਰਾਂ ਉੱਤੇ। ਹੁਣ ਇਸ ਦੀ ਵਿਚਾਰ ਜੇ ਅਸੀਂ ਪੂਰਨ ਤੌਰ ਤੇ ਅਸੀਂ ਕਰਨਾ ਚਾਹੀਏ ਤੇ ਸਾਨੂੰ ਇਹ ਗੱਲ ਸਮਝਣੀ ਪਏਗੀ ਕਿ ਸਤਿਗੁਰੂ ਜੀ ਨੇ ਸਾਨੂੰ ਬਹੁਤ ਖੂਬਸੂਰਤ ਸੰਦੇਸ਼ ਦਿੱਤੇ ਨੇ। ਇੱਕ ਤੇ ਕਿਸ ਤਰ੍ਹਾਂ ਪਰਿਵਾਰ ਨੂੰ ਬਿਠਾ ਕੇ ਗੱਲ ਸਮਝਾਉਣੀ ਹੈ, ਗੁਰਸਿੱਖਾਂ ਨੂੰ ਜਾਂ ਸੰਗਤ ਨੂੰ ਗੱਲ ਕਿੰਨੀ ਖੂਬਸੂਰਤੀ ਨਾਲ ਸਮਝਾਈ ਹੈ। ਔਰ ਫਿਰ ਦੂਜਾ ਸੰਦੇਸ਼ ਜਿਹੜਾ ਦਿੱਤਾ ਹੈ ਕਿ ਉਹਨਾਂ ਨੇ ਆਪਣੇ ਜਿਸ ਤਰ੍ਹਾਂ ਰੱਬ ਦੇ ਭਾਣੇ ਨੂੰ ਮੰਨਿਆ ਹੈ, ਗੁਰੂ ਦੇ ਭਾਣੇ ਨੂੰ ਮੰਨਣ ਦਾ ਖੂਬਸੂਰਤ ਸੰਦੇਸ਼ ਦਿੱਤਾ। ਸਤਿਗੁਰੂ ਆਪਣੇ ਭਾਣੇ ਵਿੱਚ ਬਹਿ ਕੇ ਸਾਰੇ ਪਰਿਵਾਰ ਨੂੰ ਸੱਦਦੇ ਹਨ, ਪਰਿਵਾਰ ਦੇ ਜੀਵਾਂ ਨੂੰ, ਪੁੱਤਰਾਂ ਨੂੰ, ਧੀ ਜੋ ਵੀ ਹਨ, ਭਰਾ ਹਨ, ਰਿਸ਼ਤੇਦਾਰ ਹਨ, ਔਰ ਜਿਹੜੇ ਸਿੱਖ ਸੰਗਤ ਹੈ, ਜਿਹੜੇ ਵੀ ਉਸ ਟਾਈਮ ਮੌਜੂਦ ਨੇ, ਸਾਰਿਆਂ ਨੂੰ ਸੱਦ ਕੇ ਆਪਣੇ ਪਾਸ ਬਿਠਾ ਕੇ ਇੱਕ ਗੱਲ ਸਮਝਾਉਂਦੇ ਹਨ ਕਿ ਕਿਉਂਕਿ ਮਨੁੱਖ ਦੇ ਜੀਵਨ ਵਿੱਚ ਮੋਹ ਅਤੇ ਮਮਤਾ ਦਾ ਬਹੁਤ ਜ਼ਿਆਦਾ ਪ੍ਰਭਾਵ ਹੁੰਦਾ ਹੈ ਤੇ ਉਸ ਟਾਈਮ ਜ਼ਿਆਦਾ ਹੀ ਸੀ। ਜਦ ਗੁਰਮਤਿ ਦੀ ਪਰਿਭਾਸ਼ਾ ਨੂੰ ਗੁਰਸਿੱਖਾਂ ਨੇ ਸਮਝਿਆ ਤੇ ਆਪਣੇ ਮਨ ਨੂੰ ਗੁਰਬਾਣੀ ਦੇ ਅਨੁਸਾਰ ਨਾਲ ਕਾਬੂ ਕੀਤਾ ਤੇ ਇਹ ਸੋਝੀ ਗੁਰੂ ਨੇ ਬਖਸ਼ੀ ਕਿ ਆਪਣੀ ਮਤ ਨੂੰ, ਆਪਣੇ ਮਨ ਨੂੰ ਕਾਬੂ ਕਰਕੇ ਪਰਮਾਤਮਾ ਦੇ ਹਰ ਇੱਕ ਹੁਕਮ ਨੂੰ ਬੜੇ ਹੀ ਮਿੱਠੇ ਤਰੀਕੇ ਨਾਲ ਮੰਨਣਾ, ਤੇਰਾ ਕੀਆ ਮਿੱਠਾ ਲਾਗੇ ਦੇ ਸਿਧਾਂਤ ਨੂੰ ਦ੍ਰਿੜ ਕਰਨਾ। ਔਰ ਇਸ ਸਿਧਾਂਤ ਨੂੰ ਦ੍ਰਿੜ ਕਰਦਿਆਂ ਹੋਇਆਂ ਹਰ ਇੱਕ ਸਿੱਖ ਨੇ ਇਹ ਵੀ ਦ੍ਰਿੜ ਕਰਨਾ ਹੈ ਕਿ ਮਤ ਮੈਂ ਪਿੱਛੇ ਕੋਈ ਰੋਗ ਸੀ, ਸੋ ਮੈਂ ਮੂਲ ਨਾ ਪਾਇਆ। ਮੈਨੂੰ ਕੋਈ ਉਹ ਬੰਦਾ ਚੰਗਾ ਹੀ ਨਹੀਂ ਲੱਗੇਗਾ ਜਿਹੜਾ ਪਿੱਛੋਂ ਮੇਰੇ ਸਰੀਰ ਦੇ ਵਿਜੋਗ ਤੁਰਦਾ ਹੈ ਔਰ ਉਹ ਪਰਮਾਤਮਾ ਦੇ ਭਾਣੇ ਨੂੰ ਮੰਨਣ ਲਈ ਤਿਆਰ ਨਹੀਂ। ਇਹ ਗੁਰੂ ਨਾਨਕ ਸਤਿਗੁਰੂ ਪਾਤਸ਼ਾਹ ਸੰਦੇਸ਼ ਨੂੰ ਦੇ ਰਹੇ ਆਪਣੇ ਤੀਜੇ ਜਾਮੇ 'ਚ, ਜਿਸ ਨੂੰ ਹਰ ਸਿੱਖ ਦਾ ਖੂਬਸੂਰਤ ਸੰਦੇਸ਼ ਸਮਝ ਕੇ ਜੀਣਾ
ਆਪਣੇ ਜੀਵਨ ਦਾ ਆਧਾਰ ਬਣਾਉਣਾ ਜ਼ਰੂਰੀ ਸੀ, ਕਿਉਂਕਿ ਮਨੁੱਖ ਡੋਲਦਾ ਹੀ ਦੁੱਖ ਵੇਲੇ ਹੈ, ਤੇ ਜ਼ਿਆਦਾ ਖੁਸ਼ੀ ਵੇਲੇ ਤੇ ਦੁੱਖ ਵੇਲੇ ਦੋਨੋਂ ਸਮੇਂ ਵਿੱਚ ਪਰਮਾਤਮਾ ਦੇ ਹੁਕਮ ਤੋਂ ਦੂਰ ਹੋਉਂਦਾ ਹੈ, ਰੱਬ ਜੀ ਦੇ ਹੁਕਮ ਤੋਂ ਨਾਮੁਕਰ ਵੀ ਹੋ ਜਾਂਦਾ ਹੈ। ਖੁਸ਼ੀ ਵੇਲੇ ਉਹ ਨੱਚ ਟੱਪ ਕੇ ਹੋਰ ਅਨੇਕਾਂ ਕਿਸਮ ਦੇ ਸਮਾਜ ਦੇ ਵਿਰੁੱਧ ਦੇ ਕਾਰਨਾਮਿਆਂ ਨੂੰ ਕਰਕੇ ਖੁਸ਼ੀ ਜ਼ਾਹਿਰ ਕਰਦਾ ਔਰ ਉਹਨੂੰ ਸੱਭਿਆਚਾਰ ਦਾ ਨਾਂ ਦਿੰਦਾ। ਤੇ ਦੁੱਖ ਵੇਲੇ ਜੋ ਮਨੂ ਸਮਿਰਤੀ ਦੇ ਹਿਸਾਬ ਨਾਲ ਸਨਾਤਨੀ ਵਿਚਾਰਧਾਰਾ ਵਿੱਚ ਪ੍ਰਚਲਿਤ ਚੀਜ਼ਾਂ ਸਨ, ਕਿਉਂਕਿ ਉਸ ਸਮੇਂ ਗੁਰੂ ਨਾਨਕ ਸਤਿਗੁਰੂ ਜੀ ਦੇ ਦਸੇ ਜਾਮੇ ਭਾਰਤ ਦੀ ਧਰਤੀ ਤੇ ਵਿਚਰ ਰਹੇ ਸਨ ਤੇ ਭਾਰਤ ਦੇ ਲੋਕਾਂ ਨੂੰ ਸੰਦੇਸ਼ ਦੇ ਰਹੇ ਸਨ। ਸੋ ਇਸ ਚੀਜ਼ ਨੂੰ ਚੰਗੀ ਤਰ੍ਹਾਂ ਭਲੀ ਭਾਂਤ ਸਤਿਗੁਰੂ ਜੀ ਜਾਣਦੇ ਸਨ ਕਿ ਸਨਾਤਨੀ ਵਿਚਾਰਧਾਰਾ ਕਿਸ ਤਰੀਕੇ ਨਾਲ ਮਾਨਸਿਕਤਾ ਦੀ ਗੁਲਾਮੀ 'ਚ ਜੀ ਰਿਹਾ ਸੀ ਤੇ ਉਹਨਾਂ ਦੇ ਅੰਦਰ ਇਸ ਮੋਹ ਦਾ, ਮਮਤਾ ਦਾ ਬਹੁਤ ਵੱਡਾ ਪ੍ਰਭਾਵ ਬਣਾਇਆ ਹੋਇਆ ਸੀ। ਇਸ ਕਰਕੇ ਸਤਿਗੁਰ ਨੇ ਸਾਨੂੰ ਇਸ ਸੰਦੇਸ਼ ਨੂੰ ਦੇਖ ਕੇ ਗੁਰਮਤਿ ਦੀ ਇੱਕ ਸੁੰਦਰ ਔਰ ਖੂਬਸੂਰਤ ਵਿਚਾਰਧਾਰਾ ਦੇ ਦਿੱਤੀ, ਜਿਸ ਨਾਲ ਅਸੀਂ ਰੱਬ ਜੀ ਦੇ ਹੁਕਮ ਨੂੰ ਚੰਗੀ ਤਰ੍ਹਾਂ ਪਹਿਚਾਣ ਕੇ ਜੀ ਸਕਾਂਗੇ। ਔਰ ਇਸੇ ਪਰਿਭਾਸ਼ਾ ਨੂੰ ਗੁਰੂ ਪੰਚਮ ਪਾਤਸ਼ਾਹ ਨੇ ਗੁਜਰੀ ਰਾਗ ਦੇ ਅੰਦਰ ਆਪਣੀ 18ਵੀਂ ਪੌੜੀ ਵਿੱਚ ਬਾ ਖੂਬਸੂਰਤ ਤਰੀਕੇ ਨਾਲ ਬਿਆਨਿਆ। ਜਿਉਂ-ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਣਾ। ਜਿਸ ਤਰ੍ਹਾਂ ਪ੍ਰਮਾਤਮਾ ਤੇਰਾ ਹੁਕਮ ਹੈ ਇਸੇ ਤਰ੍ਹਾਂ ਹੋਣਾ ਹੈ। ਤੇ ਅਖੀਰਲੀ ਜਿਹੜੀ ਪੰਕਤੀਆਂ ਦੇ ਅੰਦਰ ਸਤਿਗੁਰੂ ਜੀ ਉਸ ਗੱਲ ਨੂੰ ਬਹੁਤ ਸੁੰਦਰਤਾ ਦੇ ਨਾਲ ਉਸ ਮਨੁੱਖ ਦੀ ਪਰਿਭਾਸ਼ਾ ਨੂੰ ਰੱਖਦੇ ਹਨ ਜਿਹੜੇ ਪ੍ਰਮਾਤਮਾ ਦੇ ਹੁਕਮ ਨੂੰ ਪਛਾਣ ਲੈਂਦੇ ਹਨ। ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣ। ਉਹ ਕਦੀ ਰੋਂਦੇ ਨਹੀਂ, ਕਿਉਂਕਿ ਉਹਨਾਂ ਨੂੰ ਹੁਕਮ ਦੀ ਪਹਿਚਾਣ ਗੁਰੂ ਨੇ ਕਰਾ ਦਿੱਤੀ ਹੈ। ਹੁਕਮ ਦੀ ਪਰਿਭਾਸ਼ਾ ਉਹ ਸਮਝ ਚੁੱਕੇ ਸਿੱਖ ਜਿਹੜੇ ਹਨ, ਵੀਰ ਹਨ, ਜੀਣਾ ਸ਼ੁਰੂ ਕਰ ਚੁੱਕੇ ਸਨ। ਤੇ ਇਸ ਨੂੰ ਹੋਰ ਸੁੰਦਰਤਾ ਦੇ ਨਾਲ, ਹੋਰ ਚੰਗੇ ਤਰੀਕੇ ਨਾਲ ਸਤਿਗੁਰੂ ਜੀ ਦ੍ਰਿੜ ਕਰਾ ਰਹੇ ਹਨ। ਔਰ ਇਸ ਦ੍ਰਿੜਤਾ ਨੂੰ ਇੱਕ ਵਸੀਅਤ ਦੇ ਤੌਰ ਤੇ ਵਾਰਤਾਲਾਪ ਰੂਪੀ ਵਸੀਅਤ ਦੇ ਤੌਰ ਤੇ ਸਾਡੇ ਸਾਹਮਣੇ ਰੱਖ ਰਹੇ ਹਨ। ਜਦ ਸਾਨੂੰ ਇਹ ਸਮਝ ਆ ਜਾਂਦੀ ਹੈ ਕਿ ਅਸੀਂ ਇਸ ਸੰਸਾਰ ਵਿੱਚ ਆਏ ਹਾਂ, ਸਾਨੂੰ ਜਾਣਾ ਹੈ, ਔਰ ਜੋ ਵੀ ਸੰਸਾਰ ਵਿੱਚ ਆਇਆ ਹੈ ਉਹ ਭਾਵੇਂ ਧਰਤੀ ਹੈ, ਆਕਾਸ਼ ਹੈ, ਚੰਦਰਮਾ ਹੈ, ਜੀਵ ਹੈ, ਇਸਤਰੀ ਹੈ, ਪੁਰਸ਼ ਹੈ, ਜਾਨਵਰ ਹੈ, ਜਲ ਹੈ, ਬ੍ਰਹਿਮੰਡ ਵਿੱਚ ਜਿੰਨੀਆਂ ਗੈਲੈਕਸੀਆਂ ਨੇ, ਜੋ ਵੀ ਦਿਖਦਾ ਸੰਸਾਰ ਹੈ, ਉਹਨਾਂ ਨੇ ਇਸ ਸੰਸਾਰ ਵਿੱਚੋਂ ਰੱਬ ਜੀ ਦੇ ਹੁਕਮ ਵਿੱਚ ਆ ਕੇ ਰੱਬ ਜੀ ਦੇ ਹੁਕਮ ਵਿੱਚ ਚਲੇ ਜਾਣਾ ਹੈ। ਕਿਉਂਕਿ ਰੱਬ ਜੀ ਦਾ ਇਹ ਨਿਯਮ ਹੈ ਕਿ ਜਿਹਨੇ ਵੀ ਇੱਥੇ ਜਨਮ ਲਿਆ ਹੈ, ਮਰਨ ਲਿਖਾਏ ਮੰਡਲ ਮੇ ਆਏ ਦੀ ਪਰਿਭਾਸ਼ਾ ਹਰ ਤੇ ਲਾਗੂ ਹੁੰਦੀ ਹੈ। ਜਿਹਨੇ ਜਨਮ ਲਿਆ, ਉਹ ਭਾਵੇਂ ਜਿਸ ਤਰੀਕੇ ਨਾਲ ਜਨਮ ਲਿਆ, ਕਿਉਂਕਿ ਕੇਤੀਆ ਖਾਣੀ ਕੇਤੀਆ ਬਾਣੀ ਦਾ ਸਿਧਾਂਤ ਸਤਿਗੁਰ ਨੇ ਦਿੱਤਾ ਹੈ। ਜਨਮ ਦੇ ਕਰੋੜਾਂ ਤਰੀਕੇ ਤੇ ਕਰੋੜਾਂ ਹੀ ਆਵਾਜ਼ਾਂ ਹਨ, ਜਿੰਨੇ ਹੀ
ਜੀਵ ਹਨ, ਸਭ ਦੀ ਆਪਣੀ ਆਵਾਜ਼ ਹੈ। ਹਰ ਕਿਸੇ ਦੇ ਜਨਮ ਦਾ ਢੰਗ ਵੱਖਰਾ ਹੈ ਤੇ ਜੀਣ ਦਾ ਵੀ ਢੰਗ ਵੱਖਰਾ ਹੈ ਤੇ ਸੰਸਾਰ ਤੋਂ ਜਾਣ ਦਾ ਢੰਗ ਵੀ ਵੱਖਰਾ ਹੈ। ਉਹ ਰੱਬ ਜੀ ਨੇ ਨਿਯਤ ਕੀਤਾ, ਰੱਬ ਜੀ ਦੇ ਇਹ ਸਭ ਕੁਝ ਸਿਸਟਮ। ਤੇ ਰੱਬ ਜੀ ਦੇ ਜੇ ਜਨਮ ਨੂੰ ਅਸੀਂ ਮੰਨਦੇ ਹਾਂ ਤੇ ਸਾਨੂੰ ਰੱਬ ਜੀ ਦੇ ਵੱਲੋਂ ਦਿੱਤੀ ਹੋਈ ਇਸ ਸੰਸਾਰ ਤੋਂ ਜਾਣ ਦੀ ਪਰਿਭਾਸ਼ਾ ਨੂੰ ਵੀ ਮੰਨਣਾ, ਜਾਣ ਦੇ ਹੁਕਮ ਨੂੰ, ਭਾਣੇ ਨੂੰ ਵੀ ਮੰਨਣਾ ਬਹੁਤ ਜ਼ਰੂਰੀ ਹੈ। ਜੋ ਆਮ ਕਰਕੇ ਮਨੁੱਖ ਵਿਚਰਦਿਆਂ ਹੋਇਆਂ ਜੋ ਨਾਲ ਵਿਚਰ ਰਹੇ ਹੁੰਦੇ ਨੇ, ਉਹਨਾਂ ਦੇ ਨਾਲ ਮੋਹ ਬਣ ਜਾਂਦਾ ਹੈ, ਰਹਿੰਦੇ ਹਨ, ਉਹ ਇੱਕ ਵੱਖਰੀ ਚੀਜ਼ ਹੈ। ਲੇਕਿਨ ਉਸ ਰਹਿਣ ਔਰ ਉਸ ਜੀਵਨ ਦੇ ਵਿੱਚ ਅਸੀਂ ਜੀਵਦਿਆਂ ਜੀ ਉਸ ਜੀਵ ਦਾ ਸਤਿਕਾਰ ਭਾਵੇਂ ਨਹੀਂ ਕਰਦੇ, ਲੇਕਿਨ ਮਰਨ ਤੋਂ ਬਾਅਦ ਟਾਹਾਂ ਮਾਰ ਕੇ ਰੋਣ ਦੀ ਬਿਰਤੀ। ਸਤਿਗੁਰ ਜੀ ਇਸ ਪ੍ਰਵਿਰਤੀ ਤੇ ਬ੍ਰੇਕ ਲਗਾ ਦਿੰਦੇ, ਇਸ ਪ੍ਰਵਿਰਤੀ ਨੂੰ ਰੋਕ ਦਿੰਦੇ ਨੇ ਕਿ ਜਿਹੜਾ ਵੀ ਗੁਰਸਿੱਖੀ ਜੀਵਨ ਵਿੱਚ ਆਇਆ ਹੈ, ਗੁਰੂ ਨਾਨਕ ਦੇ ਜੀਵਨ ਵਿੱਚ ਜੀ ਰਿਹਾ ਹੈ, ਉਸ ਨੂੰ ਇਹ ਪੱਕੇ ਤੌਰ ਤੇ ਸਮਝਣਾ ਹੀ ਪਏਗਾ ਕਿ ਇਸ ਸੰਸਾਰ ਵਿੱਚ ਆਏ ਹਾਂ ਤੇ ਜਾਣਾ ਹੈ। ਇਸ ਲਈ ਪਹਿਲੇ ਮਰਨ ਕਬੂਲ ਜੀਵਨ ਕੀ ਛੱਡ ਆਸ ਦੀ ਪਰਿਭਾਸ਼ਾ ਨੂੰ ਅਸੀਂ ਆਪਣੇ ਅੰਦਰ ਪੱਕਿਆਂ ਕਰ ਲੈਣਾ। ਜਦ ਇਸ ਪਰਿਭਾਸ਼ਾ ਨੂੰ ਅਸੀਂ ਪੱਕਿਆਂ ਕਰਦੇ ਹਾਂ ਤੇ ਸਾਡੇ ਸਾਹਮਣੇ ਬਹੁਤ ਸਾਰੀਆਂ ਸਾਖੀਆਂ ਗੁਰੂ ਕਾਲ ਦੇ ਟਾਈਮ ਮੌਜੂਦ ਨੇ, ਜਿਨ੍ਹਾਂ ਨੂੰ ਅਸੀਂ ਦੇਖ ਕੇ ਦੁਨੀਆ ਦੇ ਲੋਕ ਅਚੰਭਤ ਹੁੰਦੇ ਹਨ। ਗੁਰਸਿੱਖਾਂ ਨੂੰ ਤੇ ਇਸ ਜੀਵਨ ਦਾ, ਇਸ ਜੀਵਨ ਜਾਚ ਦੀ ਸਮਝ ਸੀ, ਉਹ ਤੇ ਜੀਂਦੇ ਜਾ ਰਹੇ ਸਨ, ਗੁਰੂ ਦੇ ਨਾਲ ਤੁਰਦੇ ਜਾ ਰਹੇ ਸਨ, ਲੇਕਿਨ ਜਿਹੜੇ ਪੂਰਨ ਤੌਰ ਤੇ ਗੁਰੂ ਆਗਿਆ ਵਿੱਚ, ਗੁਰੂ ਉਪਦੇਸ਼ ਵਿੱਚ ਨਹੀਂ ਜੀ ਰਹੇ ਸਨ, ਉਹ ਆਸ਼ਚਰਚਕਿਤ ਹੁੰਦੇ ਰਹਿੰਦੇ ਸਨ। ਜਿਸ ਤਰ੍ਹਾਂ ਬਾਬਾ ਅਟਲ ਰਾਏ ਜੀ ਛੋਟੀ ਉਮਰੇ ਚੜ੍ਹਾਈ ਕਰ ਜਾਂਦੇ ਹਨ ਤੇ ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਸਾਂਢੂ ਸਾਈਂ ਦਾਸ ਜੀ ਆਉਂਦੇ ਹਨ ਔਰ ਬੜੇ ਹੀ ਸਤਿਕਾਰ ਤੇ ਪ੍ਰੇਮ ਦੇ ਨਾਲ ਜਦ ਉਹ ਦੇਖਦੇ ਹਨ ਕਿ ਸਭ ਕੁਝ ਸਹਿਜ ਵਿੱਚ ਹੈ, ਗੁਰੂ ਮਹਾਰਾਜ ਵੀ ਆਮ ਸੰਸਾਰ ਦੇ ਕਾਰਜ ਕਰ ਰਹੇ ਹਨ, ਉਹਨਾਂ ਦੇ ਚਿਹਰੇ ਤੇ, ਉਹਨਾਂ ਦੇ ਬੋਲਣ ਤੇ ਜਾਂ ਉਹਨਾਂ ਦੇ ਕੰਮਕਾਜ ਕਰਨ ਤੇ ਕੋਈ ਵੀ ਫਰਕ ਨਹੀਂ ਪੈ ਰਿਹਾ ਹੈ, ਤੇ ਇਹ ਸਵਾਲ ਕਰਦੇ ਹਨ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਸਤਿਗੁਰੂ ਜੀ ਭਾਈ ਸਾਈਂ ਦਾਸ ਜੀ ਨੂੰ ਕਹਿੰਦੇ ਹਨ ਕਿ ਧਰਤੀ ਤੇ ਲੀਕ ਪਾਓ। ਜਦ ਧਰਤੀ ਤੇ ਲੀਕ ਪਾ ਦਿੰਦੇ ਹਨ, ਲਕੀਰ ਪਾ ਦਿੰਦੇ ਹਨ, ਤੇ ਕਹਿੰਦੇ ਨੇ ਇਹਨੂੰ ਮਿਟਾ ਦਿਓ। ਉਹਨਾਂ ਨੇ ਲਕੀਰ ਮਿਟਾਤੀ। ਸਤਿਗੁਰੂ ਜੀ ਕਹਿੰਦੇ ਨੇ ਲਕੀਰ ਪਾਉਣ ਵਿੱਚ ਕੋਈ ਖੁਸ਼ੀ ਹੋਈ? ਸਾਈਂ ਦਾਸ ਜੀ ਕਹਿੰਦੇ ਨੇ ਸਤਿਗੁਰੂ ਜੀ, ਕਿਉਂਕਿ ਉਹਨਾਂ ਨੂੰ ਗੁਰੂ ਦੇ ਸਤਿਕਾਰ ਦਾ ਦਿੰਦੇ ਸਨ, ਤੇ ਉਹਨਾਂ ਨੇ ਕਿਹਾ ਲਕੀਰ ਪਾਉਣ ਤੇ ਕੋਈ ਤਕਲੀਫ ਹੋਈ, ਖੁਸ਼ੀ ਹੋਈ? ਸਾਈਂ ਦਾਸ ਜੀ ਕਹਿੰਦੇ ਤੁਹਾਡਾ ਹੁਕਮ ਸੀ, ਮੈਂ ਲਕੀਰ ਪਾ ਦਿੱਤੀ। ਤੇ ਲਕੀਰ ਮਿਟਾਉਣ ਤੇ ਕੋਈ ਦੁੱਖ ਹੋਇਆ? ਸਤਿਗੁਰੂ ਪਾਤਸ਼ਾਹ ਤੁਸੀਂ ਹੁਕਮ ਕੀਤਾ, ਮੈਂ ਲਕੀਰ ਮਿਟਾਤੀ। ਸੋ ਇਸੇ ਤਰ੍ਹਾਂ ਸਤਿਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿੰਦੇ ਨੇ ਬਾਬਾ ਅਟਲ ਰਾਏ ਵਰਗੀ ਇੱਕ ਲਕੀਰ ਰੱਬ ਜੀ ਨੇ ਪਾਈ ਸੀ, ਤੇ ਉਸ ਦੀ ਕੋਈ ਖੁਸ਼ੀ ਕੀ ਹੋ ਸਕਦੀ ਹੈ? ਇਹ ਤੇ ਰੱਬ ਜੀ ਨੂੰ ਦਾ ਹੁਕਮ ਸੀ। ਮਨੁੱਖ ਆਂਦਾ ਹੈ ਤੇ ਰੱਬ ਜੀ ਦੇ ਹੁਕਮ ਵਿੱਚ ਇਸ ਸੰਸਾਰ ਤੋਂ ਚਲੇ ਜਾਂਦਾ ਹੈ, ਤੇ ਲਕੀਰ ਮਿਟਾਉਣ ਤੇ ਜਿਸ ਤਰ੍ਹਾਂ ਤੁਹਾਨੂੰ ਦੁੱਖ ਨਹੀਂ ਹੋਇਆ, ਇਸ ਤਰ੍ਹਾਂ ਰੱਬ ਜੀ ਨੇ
ਆਪਣੀ ਜੋਤ ਇਸ ਸਰੀਰ 'ਚ ਪਾ ਕੇ ਭੇਜਿਆ ਸੀ, ਜੋਤ ਲੈ ਗਏ, ਸਰੀਰ ਜਿਹੜਾ ਹੈ ਉਹ ਡਿਸਪੋਜ਼ ਹੋ ਗਿਆ। ਪਾਣੀ ਪਾਣੀ ਵਿੱਚ, ਅੱਗ ਅੱਗ ਵਿੱਚ, ਮਿੱਟੀ ਮਿੱਟੀ ਵਿੱਚ, ਆਕਾਸ਼ ਆਕਾਸ਼ ਵਿੱਚ, ਹਵਾ ਹਵਾ ਵਿੱਚ ਚਲੀ ਗਈ। ਤੇ ਫਿਰ ਕੀ ਦੁੱਖ ਹੋ ਸਕਦਾ? ਸਾਈਂ ਦਾਸ ਜੀ ਨੂੰ ਬੜੀ ਸਰਲ ਤਰੀਕੇ ਨਾਲ ਇਹ ਗੱਲ ਸਮਝ ਆ ਗਈ। ਸਾਨੂੰ ਵੀ ਇਸ ਗੱਲ ਨੂੰ ਸਰਲਤਾ ਦੇ ਨਾਲ ਸਮਝਣੀ ਚਾਹੀਦੀ, ਕਿਉਂਕਿ ਹਰ ਸਿੱਖ ਅਰਦਾਸ ਵਿੱਚ ਵਿਵੇਕ ਦੀ ਗੱਲ ਕਰਦਾ ਹੈ, ਵਿਸਾਹ ਦੀ ਗੱਲ ਕਰਦਾ ਹੈ, ਭਰੋਸੇ ਦੀ ਗੱਲ ਕਰਦਾ। ਜਦ ਤੱਕ ਮਨ ਨੂੰ ਵਿਵੇਕ ਦੀ ਅਵਸਥਾ ਨਹੀਂ ਪ੍ਰਾਪਤ ਹੁੰਦੀ, ਤਦ ਤੱਕ ਉਹਦੇ ਵਿੱਚ ਖੂਬਸੂਰਤ ਵਿਸਾਹ ਨਹੀਂ ਹੁੰਦਾ ਤੇ ਸੁੰਦਰ ਭਰੋਸਾ ਨਹੀਂ ਬਣਦਾ। ਜਿਹੜਾ ਰੱਬੀ ਹੁਕਮ ਵਿੱਚ ਵਿਚਰਦਾ ਹੋਵੇ, ਉਸ ਨੂੰ ਗੁਰੂ ਦੇ ਗਿਆਨ ਤੋਂ, ਗੁਰੂ ਦੇ ਵਿਵੇਕ ਤੋਂ ਹੀ ਖੂਬਸੂਰਤ ਭਰੋਸਾ ਪ੍ਰਾਪਤ ਹੁੰਦਾ ਹੈ, ਜਿਹੜਾ ਜੀਵਨ ਨੂੰ ਆਨੰਦਦਾਇਕ ਬਣਾ ਦਿੰਦਾ ਹੈ ਔਰ ਸੰਸਾਰ ਤੋਂ ਇੱਕ ਵੱਖਰਾ ਜੀਵਨ ਜੀਣ ਦਾ ਤਰੀਕਾ ਸਿਖਾ ਦਿੰਦਾ। ਤੇ ਸਤਿਗੁਰੂ ਜੀ ਨੇ ਇਹਨਾਂ ਪੰਕਤੀਆਂ ਵਿੱਚ ਸਾਨੂੰ ਬੜਾ ਖੂਬਸੂਰਤ ਤਰੀਕੇ ਨਾਲ ਸਮਝਾਣਾ ਕੀਤਾ ਹੈ। ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ। ਮੈਨੂੰ ਰੱਤੀ ਮਾਸਾ ਵੀ ਉਹ ਚੰਗਾ ਨਹੀਂ। ਜੇ ਕੋਈ ਵੀ ਮੇਰੇ ਇਸ ਸਰੀਰ ਦੇ ਵਿੱਚੋਂ ਚਲੇ ਜਾਣ ਤੇ ਰੋਏਗਾ, ਤੇ ਰੋਣ ਦਾ ਕੋਈ ਕਾਰਨ ਬਣਦਾ ਨਹੀਂ ਹੈ। ਜੇ ਰੱਬ ਜੀ ਦੇ ਹੁਕਮ ਦੀ ਸਮਝ ਹੈ, ਜੇ ਗੁਰਬਾਣੀ ਰਾਹੀਂ ਰੱਬ ਜੀ ਦੇ ਹੁਕਮ ਨੂੰ ਅਸੀਂ ਸਮਝ ਲਿਆ ਹੈ, ਤੇ ਜਿਸ ਨੇ ਗੁਰਬਾਣੀ 'ਚ ਵਿਚਰਨਾ ਸ਼ੁਰੂ ਕੀਤਾ ਹੈ, ਗੁਰਬਾਣੀ ਦੀ ਪਰਿਭਾਸ਼ਾ ਨੂੰ ਜੀਣਾ ਸ਼ੁਰੂ ਕੀਤਾ ਹੈ, ਜਿਹਦਾ ਵਾਤਾਵਰਣ ਗੁਰਬਾਣੀਮਈ ਹੋ ਜਾਂਦਾ ਹੈ, ਉਸ ਦੇ ਵਾਸਤੇ ਕੋਈ ਕਾਰਨ ਨਹੀਂ ਬਣਦਾ ਕਿ ਉਹ ਕਿਸੇ ਦੇ ਆਉਣ ਤੇ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰੇ ਜਾਂ ਕਿਸੇ ਦੇ ਜਾਣ ਤੇ ਦੁੱਖ ਮਹਿਸੂਸ ਕਰੇ। ਇਸ ਗੱਲ ਨੂੰ ਅਸੀਂ ਗੁਰਬਾਣੀ ਰਾਹੀਂ ਸਮਝਣਾ ਹੈ, ਔਰ ਗੁਰਬਾਣੀ ਸਾਡਾ ਜਦ ਤੱਕ ਆਧਾਰ ਨਹੀਂ ਬਣਦਾ, ਸਾਡਾ ਵਾਤਾਵਰਣ ਨਹੀਂ ਬਣਦਾ, ਸਾਡੇ ਵਿਚਾਰ ਵਿੱਚ ਸ਼ਾਮਲ ਨਹੀਂ ਹੁੰਦਾ, ਅਸੀਂ ਇਹਨਾਂ ਖੂਬਸੂਰਤ ਗੁਰਬਾਣੀ ਦੇ ਵਿਚਾਰਾਂ ਨੂੰ ਜੀਣ ਦਾ ਢੰਗ ਨਹੀਂ ਸਿੱਖ ਸਕਦੇ। ਇੱਕ ਹੋਰ ਸਾਖੀ ਪੰਚਮ ਪਾਤਸ਼ਾਹ ਦੇ ਸਮੇਂ ਦੀ ਹੈ, ਉਹ ਵੀ ਮੈਂ ਸੁਣਾਣੀ ਜ਼ਰੂਰ ਮਹਿਸੂਸ ਕਰਦਾ ਹਾਂ ਕਿ ਦੋ ਭਰਾ ਤਰਨ ਤਾਰਨ ਦੇ ਏਰੀਏ ਵਿੱਚ ਰਹਿੰਦੇ ਸਨ। ਉਹ ਥੋੜੇ ਜਿਹੇ ਵਿਆਜ ਵਿੱਚ ਮਾਇਆ ਦੇ ਦਿੰਦੇ ਸਨ, ਕਿਸੇ ਦਾ ਕੰਮ ਸਰ ਜਾਏ ਤੇ ਕੁਝ ਮਾੜਾ ਜਿਹਾ ਵਿਆਜ ਆ ਜਾਏ, ਜਿਹਦੇ ਨਾਲ ਉਹਨਾਂ ਦਾ ਗੁਜ਼ਾਰਨ ਹੋ ਜਾਏ, ਕਿਉਂਕਿ ਧਨ ਸੀ ਉਹਨਾਂ ਕੋਲ। ਤੇ ਇੱਕ ਸੱਜਣ ਆ ਗਏ, ਆਪਣੀ ਬੱਚੀ ਦੀ ਵਿਆਹ ਦੇ ਕਾਰਜ ਸਨ, ਤੇ ਉਹਨਾਂ ਦੇ ਕੋਲ ਆ ਗਏ ਧਨ ਦੇ ਵਾਸਤੇ, ਤੇ ਆ ਕੇ ਉਹਨਾਂ ਨੂੰ ਰਿਕੁਐਸਟ ਕੀਤੀ, ਬੇਨਤੀ ਕੀਤੀ। ਉਹਨਾਂ ਨੇ ਛੋਟੇ ਭਰਾ ਨੂੰ ਕਿਹਾ, ਵੱਡੇ ਭਰਾ ਨੇ, ਜਾਓ ਧਨ ਲਿਆ ਕੇ ਇਸ ਬੰਦੇ ਨੂੰ ਦੇ ਦਿਓ। ਉਹਨੇ, ਛੋਟੇ ਭਰਾ ਨੇ, ਕਿਉਂਕਿ ਪਹਿਲਾਂ ਧਨ ਕੁਝ ਪਿਛਲੇ ਕਮਰਿਆਂ 'ਚ ਰੱਖਿਆ ਜਾਂਦਾ ਸੀ, ਆਮ ਨਹੀਂ ਰੱਖਿਆ ਜਾਂਦਾ ਸੀ, ਤੇ ਧਨ ਲੈਣ ਲਈ ਘਰ ਦੇ ਵਿੱਚ ਪਿਛਲੇ ਕਮਰੇ 'ਚ ਜਾਣ ਲੱਗਾ, ਚਲਾ ਗਿਆ, ਤੇ ਉਹ ਜਿਹੜਾ ਸ਼ਖਸ ਆਇਆ ਸੀ ਆਪਣੀ ਬੱਚੀ ਦੇ ਵਿਆਹ ਦੇ ਕਾਰਜ ਵਾਸਤੇ ਧਨ ਲੈਣ ਲਈ, ਉਹ ਗੱਲਾਂ ਕਰਨ ਲੱਗ ਪਿਆ ਕਿ ਮੈਂ ਤੁਹਾਡੇ ਇਸ ਨਗਰ ਵਿੱਚ ਇੱਕ ਬੜਾ ਆਸ਼ਚਰਜਚਕਿਤ ਜਿਹਾ ਕੰਮ, ਬੜਾ ਅਚੰਭਾ ਜਿਹਾ ਕੰਮ ਦੇਖਿਆ ਹੈ। ਕਹਿੰਦੇ ਕੀ ਦੇਖਿਆ? ਕਹਿਣ ਲੱਗਾ ਕਿ ਇੱਕ ਸ਼ਖਸ ਮਰਿਆ ਹੈ, ਉਹਨੂੰ ਮੰਜੇ ਤੇ ਪਾ ਰੱਖਿਆ ਹੈ, ਮੰਜੇ ਤੋਂ ਥੱਲੇ ਵੀ ਨਹੀਂ ਲਾਇਆ, ਤੇ ਕੋਈ ਉਹਨਾਂ ਦੇ ਘਰ ਰੋ ਨਹੀਂ ਰਿਹਾ ਸੀ, ਸਗੋਂ ਛੈਣੇ ਤੇ ਢੋਲਕੀਆਂ ਨਾਲ ਕੁਝ ਪੜ ਰਹੇ ਸਨ।
ਤੇ ਉਹ ਗੁਰਸਿੱਖ ਪਰਿਵਾਰ ਤੇ ਆਪਣੀ ਬਾਣੀ ਪੜ੍ਹ ਰਹੇ ਹੋਣਗੇ। ਤੇ ਵੱਡੇ ਭਰਾ ਨੇ ਪੁੱਛਿਆ ਕਿ ਤੁਹਾਡੇ ਪਿੰਡ ਵਿੱਚ ਕੀ ਕਰਦੇ ਹਨ? ਕਹਿੰਦੇ ਸਾਡੇ ਪਿੰਡ ਵਿੱਚ ਕੋਈ ਪੁਰਾਣੀ ਚੜ੍ਹਾਈ ਕਰ ਜਾਏ ਤੇ ਰੋਣ ਵਾਲੇ ਬੁਲਾਉਂਦੇ ਹਨ, ਤੇ ਬਹੁਤ ਸਾਰਾ ਐਸਾ ਜਿਹੜਾ ਹੈ ਰੋਣ ਦਾ ਵਾਤਾਵਰਨ ਬਣਾਇਆ ਜਾਂਦਾ ਹੈ, ਜਿਸ ਨਾਲ ਪ੍ਰਾਣੀ ਜਿਹੜਾ ਹੈ ਉਹ ਸਾਰੇ ਰੋਣ। ਤੇ ਛੋਟਾ ਭਰਾ ਜਦ ਧਨ ਲੈ ਕੇ ਆਇਆ ਤੇ ਵੱਡੇ ਵੀਰ ਨੇ ਕਿਹਾ ਜਾਓ ਇਹ ਧਨ ਵਾਪਸ ਰੱਖ ਆਓ। ਕਹਿੰਦੇ ਕੀ ਗੱਲ ਹੋ ਗਈ ਵੀਰ ਜੀ, ਹੁਣੇ ਤੇ ਤੁਸੀਂ ਕਿਹਾ ਕਿ ਇਹਨਾਂ ਨੂੰ ਧਨ ਦੇ ਦਿਓ, ਹੁਣ ਤੁਸੀਂ ਕਹਿੰਦੇ ਹੋ ਕਿ ਵਾਪਸ ਰੱਖ ਦਿਓ, ਨਹੀਂ ਦੇਣਾ। ਉਹ ਵੀ ਜਿਹੜਾ ਆਇਆ ਸੀ ਉਹ ਵੀ ਹੈਰਾਨ ਹੋਇਆ। ਉਸਨੇ ਫਿਰ ਪੁੱਛਿਆ ਕੀ ਗੱਲ, ਮੈਨੂੰ ਇਹ ਧਨ ਕਿਉਂ ਨਹੀਂ ਦੇ ਰਹੇ? ਛੋਟੇ ਵੀਰ ਨੂੰ ਜਵਾਬ ਦਿੰਦੇ ਹਨ ਵੱਡਾ ਭਰਾ ਜਿਹੜਾ ਹੈ ਕਿ ਇਹ ਰੱਬ ਦਾ ਦਿੱਤਾ ਨਹੀਂ ਮੁੜਦੇ ਤੇ ਸਾਡਾ ਦਿੱਤਾ ਕਿੱਥੋਂ ਮੁੜਨਗੇ। ਇਸ ਕਰਕੇ ਇਹਨਾਂ ਨੂੰ ਇਹ ਧਨ ਨਹੀਂ ਦਿੱਤਾ ਜਾ ਸਕਦਾ। ਇੱਥੋਂ ਇੱਕ ਹੋਰ ਖੂਬਸੂਰਤ ਵਿਚਾਰ ਸਾਡੇ ਸਮਝ ਵਿੱਚ ਆਉਂਦੀ ਹੈ ਕਿ ਗੁਰਸਿੱਖਾਂ ਦਾ ਕਿਰਦਾਰ ਆਚਰਣ ਇੰਨਾ ਉੱਚਾ ਸੀ ਕਿ ਵਪਾਰ ਕਰਦੇ ਵੀ ਗੁਰਬਾਣੀ ਦੀ ਪੂਰੀ ਸੂਝ-ਬੂਝ ਰੱਖਦੇ ਸੀ। ਸਾਨੂੰ ਇਹ ਗੱਲ ਦਾ ਧਿਆਨ ਰੱਖਣਾ ਪਏਗਾ ਕਿ ਗੁਰਮਤ ਅਨੁਸਾਰ ਮ੍ਰਿਤਕ ਸੰਸਕਾਰ ਦੇ ਜਿਸ ਘਰ ਵਿੱਚ ਪ੍ਰਾਣੀ ਚੜ੍ਹਾਈ ਕਰ ਜਾਏ ਉਸ ਤੇ ਕੁਝ ਨਿਯਮ ਹਨ। ਉਹਨਾਂ ਨਿਯਮਾਂ ਨੂੰ ਸਾਨੂੰ ਹਰ ਟਾਈਮ ਮੰਨਣਾ ਚਾਹੀਦਾ। ਉਹ ਰਹਿਤਮਰਦ ਦੇ ਵਿੱਚ ਵੀ ਦਰਜ ਨੇ, ਗੁਰਬਾਣੀ ਵਿੱਚ ਵੀ ਸਮਝਾਏ ਗਏ ਨੇ, ਰਹਿਤਨਾਮਿਆਂ ਵਿੱਚ ਵੀ ਸਮਝਾਏ ਗਏ ਨੇ। ਤੇ ਸਾਨੂੰ ਇਹਨਾਂ ਚੀਜ਼ਾਂ ਨੂੰ ਬੜੇ ਹੀ ਸੋਹਣੇ ਤਰੀਕੇ ਨਾਲ ਪੜ੍ਹ ਲੈਣਾ ਚਾਹੀਦਾ, ਸਮਝ ਲੈਣਾ ਚਾਹੀਦਾ, ਕਿਉਂਕਿ ਸਨਾਤਨੀ ਮਤ ਦੇ ਹਿਸਾਬ ਨਾਲ ਜਦ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਉਸ ਨੂੰ ਮੰਜੇ ਤੋਂ ਥੱਲੇ ਲਾ ਦਿੱਤਾ ਜਾਂਦਾ ਹੈ। ਥੱਲੇ ਲਾ ਕੇ ਉਸ ਤੇ ਦੀਵਾ ਬਾਲ ਦਿੱਤਾ ਜਾਂਦਾ ਹੈ, ਔਰ ਜਦ ਉਸ ਨੂੰ ਅੰਤਮ ਅਗਨ ਭੇਟ ਕਰਨ ਵਾਸਤੇ ਸ਼ਮਸ਼ਾਨ ਘਾਟ ਲੈ ਜਾਂਦੇ ਹਨ ਤੇ ਰਾਸਤੇ ਵਿੱਚ ਇੱਕ ਮਟਕੀ ਫੋੜੀ ਜਾਂਦੀ ਹੈ ਜਿਹੜੀ ਕੱਚੀ ਹੁੰਦੀ ਹੈ। ਆਉ ਕੜੇ ਜਿਹੜਾ ਮਿੱਟੀ ਤੇ ਬੜੀ ਹੋਈ ਕੁੱਜਾ ਜਿਹਾ ਹੁੰਦਾ ਹੈ ਉਸ ਨੂੰ ਉੱਥੇ ਬਹੁਤ ਉੱਚੀ ਆਵਾਜ਼ ਵਿੱਚ ਰੋ ਕੇ ਉਹਨੂੰ ਤੋੜਿਆ ਜਾਂਦਾ ਹੈ। ਇਹ ਉਹਨਾਂ ਸਨਾਤਨੀ ਵੀਰਾਂ ਦੀ ਮਤ ਹੈ। ਸਿੱਖ ਮਤ ਵਿੱਚ ਇਹ ਚੀਜ਼ਾਂ ਸ਼ਾਮਿਲ ਨਹੀਂ ਹਨ, ਔਰ ਐਸਾ ਕਈ ਚੰਗੇ ਕਹਿੰਦੇ ਕਹਾਉਂਦੇ ਗੁਰਬਾਣੀ ਨੂੰ ਸਮਝਣ ਵਾਲੇ ਪੜ੍ਹਨ ਵਾਲੇ ਵੀ ਕਰੀ ਜਾ ਰਹੇ ਹਨ। ਉਹ ਇਹਨਾਂ ਵਿੱਚ ਆਏ ਹੋਏ ਰਿਸ਼ਤੇਦਾਰ ਜਿਹੜੇ ਹਨ ਉਹ ਇਸ ਦੇ ਵਿੱਚ ਜ਼ੋਰ ਜ਼ਬਰਦਸਤੀ ਕਰਦੇ ਹਨ। ਜੇ ਸਾਨੂੰ ਇਹਨਾਂ ਚੀਜ਼ਾਂ ਦੀ ਸਮਝ ਹੋਵੇ ਤੇ ਇਹਨਾਂ ਕੁਰੀਤੀਆਂ ਤੋਂ ਅਸੀਂ ਬਚ ਸਕਦੇ ਹਾਂ। ਨਹੀਂ ਤੇ ਗੁਰਬਾਣੀ ਦਾ ਜਿਹੜਾ ਉਪਦੇਸ਼ ਹੈ, ਜਿਹੋ ਜਿਹਾ ਜੀਵਨ ਕਿਸੇ ਨੇ ਜੀਵਿਆ ਹੁੰਦਾ ਹੈ ਉਹੀ ਜਿਹਾ ਹੀ ਉਹਦੀਆਂ ਆਦਤਾਂ ਹੁੰਦੀਆਂ ਨੇ। ਉਹ ਜੋ ਸੁਣਿਆ ਔਰ ਜੋ ਪੜ੍ਹਿਆ ਹੁੰਦਾ ਹੈ ਉਸੇ ਤਰੀਕੇ ਦੇ ਨਾਲ ਉਹ ਜੀਵਦੇ ਹਨ। ਜੈਸਾ ਸੇਵੇ ਤੈਸਾ ਹੋਵੇ ਦੀ ਪਰਿਭਾਸ਼ਾ ਗੁਰਬਾਣੀ ਦੱਸਦੀ। ਸੋ ਸਾਨੂੰ ਇਹਨਾਂ ਚੀਜ਼ਾਂ ਨੂੰ ਬੜੇ ਖੂਬਸੂਰਤ ਤਰੀਕੇ ਨਾਲ ਸਮਝ ਲੈਣਾ ਚਾਹੀਦਾ, ਔਰ ਸਮਝ ਕੇ ਉਹਨਾਂ ਹਰੇਕ ਹੀ ਕੁਰੀਤੀਆਂ ਨੂੰ ਜਿਨ੍ਹਾਂ ਨੂੰ ਗੁਰਮਤ ਦਾ ਲੇਬਲ ਦੇ ਦਿੱਤਾ ਜਾਂਦਾ ਹੈ
ਜੋ ਗੁਰਮਤ ਹੈ ਨਹੀਂ, ਉਹਨੂੰ ਅਸੀਂ ਲਾਗੂ ਕਰਦੇ ਜਾਂਦੇ ਹਾਂ, ਤੇ ਅਸੀਂ ਉਸੇ ਤਰੀਕੇ ਨਾਲ ਜੀ ਰਹੇ ਹੁੰਦੇ ਹਾਂ ਜਿਸ ਤਰ੍ਹਾਂ ਆਮ ਸੰਸਾਰੀ ਲੋਕ ਜੀ ਰਹੇ ਹਨ, ਜਿਹੜੇ ਅਨਮਤੀ ਵਿਚਾਰਾਂ ਵਾਲੇ ਜੀ ਰਹੇ ਹਨ। ਤੇ ਉਸੇ ਤਰੀਕੇ ਦੇ ਵਿਰਲਾਪ ਅਸੀਂ ਕਰ ਰਹੇ ਹਾਂ, ਉਸੇ ਤਰ੍ਹਾਂ ਅਸੀਂ ਦੁਖੀ ਵੀ ਹੋ ਰਹੇ ਹਾਂ, ਉਸੇ ਤਰ੍ਹਾਂ ਅਸੀਂ ਖੁਸ਼ ਵੀ ਹੋ ਰਹੇ ਹਾਂ। ਇਹਦੇ ਕਾਰਨ ਇਹੀ ਹਨ ਕਿ ਅਸੀਂ ਗੁਰਬਾਣੀ ਨੂੰ ਸਮਝ ਨਹੀਂ ਪਾਏ ਹਾਂ, ਸਾਡੀ ਸਮਝ ਗੁਰਬਾਣੀ ਵਿੱਚ ਬਣ ਨਹੀਂ ਪਾਈ ਹੈ। ਅਸੀਂ ਗੁਰਮਤਿ ਦੀ ਪਰਿਭਾਸ਼ਾ ਜੀਣ ਦੇ ਰਾਹ ਤੇ ਤੁਰੇ ਨਹੀਂ ਹਾਂ। ਪ੍ਰਬੰਧਕ ਵੀਰ ਸਿਰਫ ਪ੍ਰਬੰਧ ਨੂੰ ਦੇਖਦੇ ਹਨ ਕਿ ਮਾਇਆ ਜਿਹੜੀ ਆ ਰਹੀ ਹੈ ਉਹ ਕਿਸੇ ਬਹਾਨੇ ਆਨੇ ਬਹਾਨੇ ਆਵੇ, ਤੇ ਜਿਹੜੇ ਪ੍ਰਚਾਰਕ ਵੀਰ ਹਨ ਉਹ ਸਿਰਫ ਆਪਣੇ ਗੁਜ਼ਰਾਨ ਦਾ ਸਾਧਨ ਹੀ ਸਮਝ ਰਹੇ ਹਨ। ਤੇ ਜਦ ਅਸੀਂ ਗੁਰਬਾਣੀ ਨੂੰ ਸਹੀ ਤਰੀਕੇ ਨਾਲ ਗੁਰਮਤਿ ਦੀ ਪਰਿਭਾਸ਼ਾ ਨੂੰ ਸਮਝਦੇ ਹਾਂ, ਪ੍ਰਾਣੀ ਤੇ ਚੜ੍ਹਾਈ ਕਰ ਜਾਂਦੇ ਸਰਵਣ ਕੁਲ ਰਾਣਾ ਸੋ ਗੁਰ ਦਾ ਪ੍ਰਮਾਣ ਹੀ ਨਹੀਂ ਦਿੰਦੇ, ਕਿਉਂਕਿ ਸਾਡਾ ਸੰਤ ਹੈ ਮਨ ਹੁਕਮ ਹੈ ਭਾਣੇ ਆ ਜਾਏ, ਸੰਜੋਗ ਵਿਜੋਗ ਦੁਇ ਕਾਰ ਚਲਾਵੈ ਲੇਖੇ ਆਵੈ ਭਾਗ। ਜਦ ਇਸ ਪਰਿਭਾਸ਼ਾ ਨੂੰ ਜੀਂਦੇ ਹਾਂ ਤੇ ਸਾਡਾ ਮਨ ਕਮਜ਼ੋਰ ਨਹੀਂ ਹੁੰਦਾ, ਆਤਮਿਕ ਤੌਰ ਤੇ ਅਸੀਂ ਮਜ਼ਬੂਤ ਹੁੰਦੇ ਹਾਂ। ਜਦ ਆਤਮਿਕ ਤੌਰ ਤੇ ਮਜ਼ਬੂਤ ਹੁੰਦੇ ਹਾਂ ਤੇ ਸਾਡੇ ਮਨ ਗੁਰੂ ਦੀ ਪਰਿਭਾਸ਼ਾ ਨੂੰ ਜੀਣਾ ਸਿੱਖ ਜਾਂਦਾ ਹੈ। ਗੁਰੂ ਦੀ ਪਰਿਭਾਸ਼ਾ ਔਰ ਗੁਰੂ ਦਾ ਹੁਕਮ ਸਾਡੇ ਲਈ ਅਟਲ ਨਿਯਮਾਂ ਦੇ ਹਿਸਾਬ ਨਾਲ, ਜਦ ਗੁਰੂ ਦੇ ਹੁਕਮ ਨੂੰ ਅਟਲ ਤੌਰ ਤੇ ਪੱਕੇ ਤੌਰ ਤੇ ਅਸੀਂ ਵਸਾ ਲੈਂਦੇ ਹਾਂ ਤੇ ਹੁਕਮ ਦੀ ਪਰਿਭਾਸ਼ਾ, ਰੱਬ ਜੀ ਦੇ ਹੁਕਮ ਦੀ ਪਰਿਭਾਸ਼ਾ ਜਿਹੜੀ ਅਟਲ ਹੈ, ਉਹਨੂੰ ਜੀਣਾ ਸਾਨੂੰ ਬੜੇ ਹੀ ਸੁਖੈਨ ਤਰੀਕੇ ਨਾਲ ਆ ਜਾਂਦਾ ਹੈ। ਔਰ ਸਾਨੂੰ ਉਹ ਫਿਰ ਦਿੱਕਤ ਨਹੀਂ ਆਉਂਦੀ ਜਿਹੜੀ ਆਮ ਲੋਕਾਂ ਦੇ ਜੀਵਨ ਵਿੱਚ ਦਿੱਕਤਾਂ ਹਨ। ਇਸੇ ਕਰਕੇ ਸਿੱਖ ਦੇ ਨਿਯਮ ਜਿਹੜੇ ਨੇ ਸੰਸਾਰ ਦੇ ਨਿਯਮਾਂ ਤੋਂ ਬੜੇ ਹੀ ਖੂਬਸੂਰਤ ਔਰ ਸਰਲ ਨੇ। ਪ੍ਰਾਣੀ ਨੂੰ ਅਗਨ ਭੇਟ ਕਰਨਾ, ਉਹ ਭਾਵੇਂ ਛੋਟੀ ਉਮਰ ਦਾ ਹੋਵੇ ਭਾਵੇਂ ਵੱਡੀ ਉਮਰ ਦਾ ਹੋਵੇ, ਉਸ ਦਾ ਅੰਗੀਠਾ ਜਿਹੜਾ ਹੈ ਅਗਨ ਭੇਟ ਦਾ ਤਿਆਰ ਕਰਨਾ ਔਰ ਅਗਨ ਭੇਟ ਕਰਕੇ ਅੰਗੀਠੇ ਦੀ ਪੂਰਨ ਤੌਰ ਤੇ ਸੰਭਾਲ ਕਰ ਦੇਣੀ ਔਰ ਇੱਕਦਮ ਸਾਰਿਆਂ ਨੂੰ ਇਕੱਠਿਆਂ ਕਰਕੇ ਇੱਕ ਕਿਸੇ ਵਗਦੇ ਦਰਿਆ ਵਿੱਚ ਜਾਂ ਨਹਿਰ ਵਿੱਚ, ਜਾਂ ਜਿੱਥੇ ਨਹਿਰ ਜਾਂ ਦਰਿਆ ਨਹੀਂ ਹੈ ਜ਼ਮੀਨ ਵਿੱਚ ਗੱਡਾ ਬਣਾ ਕੇ ਦੱਬ ਦੇਣਾ। ਭਾਵ ਕਹਿਣ ਦਾ ਕਿਸੇ ਕਿਸਮ ਦਾ ਵਹਿਮ ਨਹੀਂ ਹੈ। ਜਿੱਥੇ ਅਗਨ ਭੇਟ ਦੀ ਕੋਈ ਸਾਧਨ ਨਾ ਹੋਵੇ ਉੱਥੇ ਹਰ ਉਹ ਸਾਧਨ ਵਰਤਿਆ ਜਾ ਸਕਦਾ ਹੈ ਜਿਸ ਸਾਧਨ ਦੇ ਨਾਲ ਸਰੀਰ ਨੂੰ ਟਿਕਾਣੇ ਲਾਇਆ ਜਾ ਸਕੇ। ਸਗੋਂ ਉਸ ਅਸਥਾਨ ਤੇ ਜਿੱਥੇ ਅਗਨ ਭੇਟ ਕੀਤਾ ਜਾਂਦਾ ਹੈ, ਸ਼ਮਸ਼ਾਨ ਘਾਟ ਵਿੱਚ, ਅਗਨ ਭੇਟ ਕਰਨ ਤੋਂ ਬਾਅਦ ਵੀ ਸਾਰੇ ਜਿਹੜੇ ਵੀਰ ਭੈਣ ਰਿਸ਼ਤੇਦਾਰ ਇਕੱਠੇ ਹੁੰਦੇ ਨੇ ਬੈਠ ਕੇ ਸ਼ਬਦ ਕੀਰਤਨ ਕਰਨ। ਜਦ ਪੂਰਨ ਤੌਰ ਤੇ ਅੰਗੀਠੇ ਨੂੰ ਅਗਨ ਭੇਟ ਹੋ ਜਾਏ, ਅੱਗ ਦੇ ਭੇਟ ਹੋ ਜਾਏ, ਉਸ ਤੋਂ ਬਾਅਦ ਸੋਹਿਲਾ ਸਾਹਿਬ ਦਾ ਪਾਠ ਕਰਨ।
ਤੇ ਅਗਨ ਭੇਟ ਕਰਨ ਵੇਲੇ ਜਪਜੀ ਸਾਹਿਬ ਦਾ ਜਦ ਲੱਕੜਾਂ ਔਰ ਅੰਗੀਠਾ ਤਿਆਰ ਕਰਦੇ ਨੇ, ਜਪਜੀ ਸਾਹਿਬ ਦਾ ਪਾਠ ਕਰਨ, ਇਹ ਇੱਕ ਸਿਸਟਮ ਜਿਹੜਾ ਹੈ ਰਹਿਤ ਮਰਿਆਦਾ ਵਿੱਚ ਬਣਿਆ ਹੈ, ਉਸ ਨੂੰ ਫੋਲੋ ਕਰਨਾ, ਉਸ ਨੂੰ ਲਾਗੂ ਕਰਨਾ ਹਰ ਸਿੱਖ ਦਾ ਫਰਜ਼ ਹੈ, ਕਰਮ ਹੈ। ਔਰ ਇਸ ਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਆਮ ਕਰਕੇ ਲੋਕ ਸੁਹਾਗਣ, ਵਿਧਵਾ ਦੀ ਬੇਟੀ ਨੂੰ ਜਾਂ ਬੱਚੇ ਨੂੰ ਜਾਂ ਕੁਆਰੀ ਕੰਨਿਆ ਦਾ, ਇਹਨਾਂ ਕਿਸੇ ਵੀ ਨਿਯਮ ਦਾ ਸਿਸਟਮ ਗੁਰਮਤ ਵਿੱਚ ਪ੍ਰਵਾਨ ਨਹੀਂ ਹੈ। ਸਭ ਵਾਸਤੇ ਇੱਕੋ ਇੱਕ ਸਿਸਟਮ ਹੈ, ਅੰਗੀਠੇ ਦੀ ਤਿਆਰੀ, ਔਰ ਅੰਗੀਠੇ ਦੀ ਜਦ ਤੱਕ ਤਿਆਰੀ ਚੱਲਦੀ ਹੈ, ਜਪਜੀ ਸਾਹਿਬ ਦਾ ਪਾਠ, ਅਗਨ ਭੇਟ ਕਰਨ ਤੋਂ ਬਾਅਦ ਅਗਨੀ ਦੇ ਕੇ, ਔਰ ਉੱਥੇ ਇਹ ਵੀ ਜ਼ਰੂਰੀ ਨਹੀਂ ਹੈ ਕਿ ਪੁੱਤਰ ਹੀ ਦੇਗਾ, ਕੋਈ ਵੀ ਪ੍ਰਾਣੀ ਅਗਨੀ ਦੇ ਸਕਦਾ ਹੈ। ਤੇ ਉਸ ਤੋਂ ਬੈਠ ਕੇ ਕੀਰਤਨ ਕੀਤਾ ਜਾਵੇ, ਸਾਫ਼ ਜਗ੍ਹਾ ਤੇ ਦਰੀਆਂ ਵਿਛਾ ਕੇ, ਔਰ ਜਦ ਪੂਰਨ ਤੇ ਅੱਗ ਬਲ ਜਾਏ ਅੰਗੀਠੇ ਦੀ, ਤੇ ਸੋਹਿਲਾ ਸਾਹਿਬ ਦਾ ਪਾਠ ਕਰਕੇ, ਅਰਦਾਸ ਕਰਕੇ ਸਮਾਪਤੀ। ਤੇ ਉਸ ਤੋਂ ਬਾਅਦ ਜਦ ਅੰਗੀਠਾ ਜਿਸ ਦਿਨ ਇਹ ਮਹਿਸੂਸ ਹੋਏ ਠੰਡਾ ਹੋ ਜਾਂਦਾ ਹੈ, ਇੱਕ ਦਿਨ ਬਾਅਦ, 2 ਦਿਨ ਬਾਅਦ, ਤੇ ਉਸ ਨੂੰ ਹੱਡੀਆਂ ਨੂੰ ਫੁੱਲ ਸਮਝ ਕੇ ਵੱਖਰੇ ਨਹੀਂ ਕਰਨੇ, ਸਾਰੇ ਅੰਗੀਠੇ ਨੂੰ ਇਕੱਠਾ ਕਰਕੇ ਇੱਕ ਬੋਰੀ ਚ ਪਾ ਕੇ, ਇੱਕ ਕਿਸੇ ਵੀ ਚੀਜ਼ ਵਿੱਚ ਪਾ ਕੇ, ਜਿਹਦੇ ਵਿੱਚ ਪਾ ਕੇ ਪੂਰਾ ਆ ਜਾਏ, ਉਸ ਨੂੰ ਪਾ ਕੇ ਕਿਸੇ ਨਹਿਰ ਜਾਂ ਦਰਿਆ ਵਿੱਚ ਵਗਾ ਦਿੱਤਾ ਜਾਏ। ਔਰ ਉਸ ਤੋਂ ਬਾਅਦ ਸਹਿਜ ਪਾਠ ਘਰ ਵਿੱਚ ਰਖਾਤਾ ਜਾਏ ਜਾਂ ਗੁਰਦੁਆਰਾ ਸਾਹਿਬ ਰਖਾਤਾ ਜਾਏ, ਜਿਸ ਤਰ੍ਹਾਂ ਸੰਭਵ ਹੋਵੇ। ਔਰ ਜਿਹੜੇ ਲੋਕ ਆਣ ਉਹ ਪਾਠ ਸੁਣਨ, ਸਹਿਜ ਪਾਠ ਕਰਨ। ਪ੍ਰਾਣੀ ਦੇ ਜਾਣ ਤੋਂ ਬਾਅਦ, ਅਗਨ ਭੇਟ ਕਰਨ ਤੋਂ ਬਾਅਦ, ਗੁਰਮਤ ਦਾ ਸਿਧਾਂਤ ਨਹੀਂ ਹੈ ਕਿ ਕੋਈ ਆ ਕੇ ਅਫਸੋਸ ਬੁਲਾਏ ਜਾਂ ਰੋਣਾ ਧੋਣਾ ਕਰੇ। ਸੋ ਇਸ ਬਾਣੀ ਦੇ ਵਿੱਚ ਇਸ ਗੱਲ ਨੂੰ ਪੂਰਨ ਤੌਰ ਤੇ ਸਤਿਗੁਰ ਨੇ ਸਾਡੇ ਸਾਹਮਣੇ ਇਹ ਰੱਖ ਦਿੱਤਾ ਕਿ ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ। ਕਿਸੇ ਟਾਈਮ ਵੀ ਅਕਾਲ ਚਲਾਣੇ ਤੋਂ ਬਾਅਦ ਪ੍ਰਾਣੀ ਦੇ ਰੋਣ ਧੋਣ ਦਾ ਸਿਸਟਮ ਨਹੀਂ, ਸਤਿਗੁਰ ਦੇ ਭਾਣੇ ਵਿੱਚ ਰਹਿਣ ਤੇ ਬਾਣੀ ਪੜ੍ਹ ਕੇ ਬਾਣੀ ਅਨੁਸਾਰ ਆਪਣੇ ਮਨ ਨੂੰ ਢਾਰਸ ਦੇਣਾ। ਹੁਣ ਇਸ ਗੱਲ ਨੂੰ ਹੋਰ ਸੁੰਦਰਤਾ ਦੇ ਨਾਲ ਸਮਝਾਉਂਦੇ ਨੇ ਕਿ ਕਿਸ ਤਰ੍ਹਾਂ ਜਿਹੜਾ ਰੱਬ ਦੇ ਹੁਕਮ ਵਿੱਚ ਤੁਰਦਾ ਹੈ, ਰੱਬ ਦੇ ਹੁਕਮ ਨੂੰ ਅਟਲ ਮੰਨਦਾ ਹੈ, ਔਰ ਸਤਿਗੁਰੂ ਵੀ ਮੰਨਦਾ ਹੈ। ਇੱਥੇ ਇੱਕ ਖਾਲੀ ਸਿੱਖ ਵਾਸਤੇ ਨਹੀਂ ਹੈ, ਸੇਮ ਨਿਯਮਾਂ ਦੇ ਵਿੱਚ ਮਨੁੱਖ ਜੀਂਦਾ ਹੈ। ਬਰਾਬਰ ਦੇ ਨਿਯਮ ਸਤਿਗੁਰੂ ਸਾਹਿਬਾਨ ਦੇ ਸਰੀਰ ਰੂਪੀ ਹੋਣ ਤੋਂ ਬਾਅਦ ਜਾਂ ਗੁਰਸਿੱਖਾਂ ਦੇ ਜੀਵਨ ਵਿੱਚ ਇੱਕੋ ਜਿਹੇ ਨਿਯਮ ਹੋਣ, ਇਸ ਦੇ ਲਈ ਜ਼ੋਰ ਦਿੱਤਾ ਹੈ। ਹੁਣ ਅੱਗੇ ਉਪਦੇਸ਼ ਦਿੰਦੇ ਨੇ, ਮਿਤ ਪੈਜੈ ਮਿਤ ਵਿਗਸੈ, ਜਿਸ ਮਿਤ ਕੀ ਪੈਜ ਭਾਵੈ। ਤੁਸੀਂ ਮੇਰੇ ਮਿੱਤਰ ਹੋ, ਮੇਰੇ ਭਰਾ ਹੋ, ਮੈਨੂੰ ਪਿਆਰ ਕਰਨ ਵਾਲੇ ਹੋ। ਜਦ ਕਿਸੇ ਮਿੱਤਰ ਨੂੰ ਕਿਸੇ ਜਗ੍ਹਾ ਤੇ ਮਾਣ ਮਿਲਦਾ ਹੈ, ਵਡਿਆਈ ਮਿਲਦੀ ਹੈ, ਤੇ ਸਾਰਿਆਂ ਨੂੰ ਚੰਗੀ ਲੱਗਦੀ ਹੈ, ਪਰਿਵਾਰ ਨੂੰ ਵੀ ਚੰਗੀ ਲੱਗਦੀ ਹੈ, ਭੈਣਾਂ ਭਰਾਵਾਂ ਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ, ਉਸ ਦਾ ਆਨੰਦ ਮਿਲਦਾ ਹੈ, ਉਸ ਖੁਸ਼ੀ ਵਿੱਚ ਉਹ ਸ਼ਾਮਲ ਹੁੰਦੇ ਨੇ। ਇਸ ਆਦਰ ਨੂੰ ਪਾਉਣ ਦਾ ਮੈਨੂੰ ਅਕਾਲ ਪੁਰਖ ਦੇ ਪਾਸ
ये मौका प्राप्त होया। इस इज्जत और इस मान की खुशी तुहानू भी होनी चाहिए और तुसी भी सारे खुश होवो। इस गल नूं तुसी बैठ के विचार सकते हो। तुसी विचार देखो पुत भाई, इस गल नूं तुसी विचार के देखो। हर सतगुरु पहनावै, हर परमात्मा सतगुरु गुरु रामदास अमरदास पातशाह सतगुरु अमरदास पातशाह नूं सिरोपा दे रहन, मान दे रहन, आदर दे रहन। इस आदर और इस खुशी का आनंद तुसी भी सारे माणो और इस आनंद विच तुहानू एक खूबसूरत संदेश मिलेगा, एक जीवन जाच मिलेगी, जिथे इस बाणी दे अंदर रब जी दे हुक्म नूं समझाया, उत्थे एक इतिहासक साडे सामने दास्तां भी आंदी है। इसे बाणी विच एक इतिहास जिस नूं अखां डिठिया, अखीं देखिया होया इतिहास जिहड़ा है अखीं देखिया हुंदा है। कहानी जिहड़ी है वो कल्पना हुंदी है। अखीं देखिया बाबा सुंदर जी सतगुरु अमरदास जी दे उस सारी वार्ता सारियां चीजां नूं देख रहे हैं और अपनी कलम दे नाल बहुत ही सुंदरता और खूबसूरती दे नाल लिख रहे हैं। और उस वार्ता नूं आम करके सानू समझना चाहिए। कई बारी कई प्रचारक गुरबाणी नूं सही तरीके नाल सही संदर्भ विच पढ़ते नहीं हैं, समझते नहीं हैं, उसके सिद्धांतक पक्षां नूं जो सिद्धांत नियत किए जाते हैं उन्हां नूं समझ ना समझ होने करके, अज्ञानता होने करके वो भांत भांत दीयां कहानियां, भांत भांत दीयां गल्लां जिहड़ियां गुरमत तो उल्ट ने प्रचारी जांदे ने। हुण एक पक्ष सतगुरु जी ने दूजा ये रखिया, एक ते रखिया कि असी मृतक समय दे किस हालात विच रहना है, साडे अपने आप तो काबू किस तरह पाना है। दूसरा पक्ष रख रहे हैं सतगुरु परतक होंदे बहराज आप टिकाया। सतगुरु परतक होंदे भाव अपनी मौजूदगी अपनी मौजूदगी विच परतक होंदिया गुरु रामदास पातशाह नूं भाव शरीर रूपी होंदिया होया राज मतलब गुरियाई बख्शी है, गुरगद्दी ते विराजमान कीता है। ये सतगुरु जी ने अपने प्रत्यक्ष तौर ते होंदिया होया कारज कीता है। आप टिकाया भाव आप बिठाया थापिया है। उस तो बाद आप सतगुरु रामदास जी नूं नमस्कार कीता, सब सिख बंधव पुत भाई रामदास पैरी पाया। जद आप बिठा के नमस्कार करके सारे सिखां नूं, सारे भरावां नूं, सारे साख संबंधियां नूं, भरावां नूं रामदास जी सतगुरु रामदास जी दे पैरी पाया, पाओ नमस्कार कराया, चरना ते मत्था टिकाया। हुण गुरु राम अमरदास जी दे इस इतिहासक प्रमाण नूं देखिया जाए, ये स्पष्ट हो जाता है कि गुरु नानक साहब ने भी गुरु भाई लैणा जी नूं गुरगद्दी ते बहाया ते अपनी बाणी ते भगतां दी बाणी उन्हां नूं सौंप दित्ती। गुरु अंगद साहब ने गुरु अमरदास पातशाह नूं सतगुरु अमरदास पातशाह नूं गद्दी ते बराजमित कीता ते उन्हां नूं अपनी पोथियां अपनी बाणी सौंपी। ये प्रोसैस 10वें जामे तक चलिया। ये प्रोसैस जिहड़ा है गुरबाणी नूं पोथियां नूं संगठित करन दा, संपादना करन दा कारज 5वें जामे सतगुरु गुरु नानक साहब ने गुरु अर्जन साहब पातशाह दे रूप विच कीता।
ਹੁਣ ਹਰ ਇੱਕ ਸਿੱਖ ਨੂੰ ਗੁਰੂ ਦੇ ਇਸ ਕਾਰਜ ਤੇ ਪੂਰਨ ਤੌਰ ਤੇ ਨਿਭਾਉਣਾ ਚਾਹੀਦਾ, ਨਿਭਣਾ ਚਾਹੀਦਾ, ਔਰ ਇਸ ਵਿੱਚ ਖੁਸ਼ੀ ਪ੍ਰਾਪਤ ਕਰਨੀ ਚਾਹੀਦੀ। ਜਦ ਇਸ ਅਨੁਭਵ ਨੂੰ, ਇਸ ਖੁਸ਼ੀ ਨੂੰ ਅਸੀਂ ਪ੍ਰਾਪਤ ਸਮਝ ਪਾਵਾਂਗੇ, ਸਾਨੂੰ ਇਤਿਹਾਸਕ ਪੱਖ ਤੋਂ ਗੁਰੂ ਨਾਨਕ ਸਾਹਿਬ ਦੇ 10 ਜਾਮਿਆਂ ਦੇ ਹਰ ਇੱਕ ਕਰਤੱਵ ਨੂੰ ਸਮਝ ਪਾਵਾਂਗੇ, ਤੇ ਸਿੱਖ ਨੂੰ ਆਪਣੇ ਜੀਵਨ ਵਿੱਚ ਮ੍ਰਿਤਕ ਕਾਲ ਵਿੱਚ ਜੋ ਕਾਰਜ ਕਰਨੇ ਚਾਹੀਦੇ, ਉਹਨਾਂ ਕਾਰਜਾਂ ਨੂੰ ਅਸੀਂ ਪੂਰਨ ਤੌਰ ਤੇ ਸਹੀ ਤਰੀਕੇ ਨਾਲ ਕਰ ਪਾਵਾਂਗੇ। ਤੇ ਇਸ ਸਾਰੇ ਕਾਰਜ ਨੂੰ ਕਰਨ ਵੇਲੇ ਸਾਡੇ ਅੰਦਰ ਪੂਰਨ ਤੌਰ ਤੇ ਅਡੋਲਤਾ ਰਹੇਗੀ। ਇਹ ਅਡੋਲਤਾ ਗੁਰਬਾਣੀ ਦਵਾਉਂਦੀ ਹੈ, ਗੁਰੂ ਦਵਾਉਂਦਾ ਹੈ, ਗੁਰੂ ਦੇ ਗਿਆਨ ਰਾਹੀਂ ਸਾਨੂੰ ਪ੍ਰਾਪਤ ਹੁੰਦਾ ਹੈ। ਔਰ ਗਿਆਨ ਤੋਂ ਬਿਨਾਂ ਧਰਮ ਜਿਹੜਾ ਹੈ ਪੂਰਨ ਤੌਰ ਤੇ ਅਸੀਂ ਧਰਮ ਨੂੰ ਨਿਭਾ ਨਹੀਂ ਪਾਵਾਂਗੇ, ਗੁਰਬਾਣੀ ਨੂੰ ਸਮਝ ਨਹੀਂ ਪਾਵਾਂਗੇ, ਸਿੱਖ ਵਿਚਾਰਧਾਰਾ ਨੂੰ ਜੀ ਨਹੀਂ ਪਾਵਾਂਗੇ, ਤੇ ਨਾ ਹੀ ਆਪਣੇ ਬੱਚਿਆਂ ਨੂੰ ਅਸੀਂ ਦੇ ਪਾਵਾਂਗੇ। ਜਿਸ ਕਾਰਜ ਨੂੰ ਅਸੀਂ ਖੁਦ ਕਰਾਂਗੇ, ਉਸੇ ਕਾਰਜ ਨੂੰ ਸਾਡੇ ਬੱਚੇ ਅੱਗੇ ਚਲਾਉਣਗੇ, ਕਿਉਂਕਿ ਜੋ ਉਹਨਾਂ ਨੇ ਦੇਖਣਾ ਹੈ ਉਸੇ ਕਾਰਜ ਨੂੰ ਉਹਨਾਂ ਨੇ ਕਰਨਾ ਹੈ। ਜਦ ਉਹਨਾਂ ਦੇ ਅੰਦਰ ਗੁਰਬਾਣੀ ਦੀ ਸਮਝ ਅਸੀਂ ਪਾ ਦਿਆਂਗੇ, ਜੋ ਸਾਡੇ ਅੰਦਰ ਆ ਚੁੱਕੀ ਹੋਵੇਗੀ, ਜੋ ਅਸੀਂ ਗੁਰੂ ਤੋਂ ਪ੍ਰਾਪਤ ਕਰ ਚੁੱਕੇ ਹੋਵਾਂਗੇ, ਸਤਸੰਗਤ ਕਰਕੇ, ਗੁਰੂ ਦੀ ਬਾਣੀ ਨੂੰ ਵਿਚਾਰ ਕੇ, ਉਸ ਨੂੰ ਆਪਣੇ ਪਰਿਵਾਰ ਦੇ ਵਾਤਾਵਰਣ ਵਿੱਚ ਲਿਆ ਕੇ ਆਪਣੇ ਬੱਚਿਆਂ ਨੂੰ ਉਸ ਜੀਵਨ ਨੂੰ ਦੇ ਪਾਵਾਂਗੇ, ਤੇ ਉਹ ਅੱਗੇ ਤੋਂ ਅੱਗੇ ਕਾਰਜ ਚੱਲਦਾ ਤੁਰਾ ਜਾਏਗਾ, ਜਿਹੜਾ ਸਿੱਖਾਂ ਨੇ ਲੰਬੇ ਸਮੇਂ ਤੱਕ ਨਿਭਾਇਆ ਹੈ। ਇਹ 39 ਤਦ ਆਣੀ ਸ਼ੁਰੂ ਹੋਈ ਜਦ ਸਿੱਖਾਂ ਨੇ ਆਪਣਾ ਰਾਜ ਗਵਾਇਆ, ਔਰ ਰਾਜ ਦੇ ਸਮੇਂ ਆਪਣੇ ਨਿਯਮਾਂ ਨੂੰ ਪੂਰਨ ਤੌਰ ਤੇ ਗੁਰਬਾਣੀ ਅਨੁਸਾਰ ਲਿਖਤ ਰੂਪ ਵਿੱਚ ਨਹੀਂ ਲਿਆਂਦਾ। ਜਦ ਸਾਡੇ ਗੁਰਸਿੱਖਾਂ ਨੇ ਲਿਆਣਾ ਸ਼ੁਰੂ ਕੀਤਾ, ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਫਿਰ ਵੀ ਉਹਨਾਂ ਨੇ ਇਸ ਕਾਰਜ ਨੂੰ ਕੀਤਾ, ਉਸ ਸੰਘਰਸ਼ ਨੂੰ ਕੀਤਾ, ਜਿਸ ਸੰਘਰਸ਼ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੇ 10 ਜਾਮਿਆਂ ਇਸ ਸੰਸਾਰ ਦੇ ਸਾਹਮਣੇ ਲਿਆਂਦਾ। ਇੱਕ ਸਿੰਪਲ ਗੱਲ ਨਹੀਂ ਹੈ, ਇੱਕ ਬਹੁਤ ਵੱਡਾ ਉਦਮ ਸਾਡੇ ਉਹਨਾਂ ਗੁਰਸਿੱਖ ਵੀਰਾਂ ਨੇ ਕੀਤਾ, ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝਿਆ, ਗੁਰਬਾਣੀ ਦੇ ਅਰਥ ਕੀਤੇ, ਔਰ ਗੁਰਬਾਣੀ ਨੂੰ ਪ੍ਰਚਾਰਨ ਦਾ ਸਹੀ ਰਾਸਤਾ ਤੁਹਾਡੇ ਵਰਗੇ ਵੀਰਾਂ ਨੂੰ, ਜਿਹੜੇ ਇਸ ਵਿਚਾਰ ਨੂੰ ਸੁਣ ਕੇ ਇਸ ਵਿਚਾਰ ਦੇ ਉੱਪਰ ਆਪਣੇ ਆਪ ਨੂੰ ਕਾਇਮ ਕਰ ਰਹੇ ਹਨ, ਉਹਨਾਂ ਦੀ ਝੋਲੀ 'ਚ ਪਾਇਆ। ਤੇ ਹੁਣ ਸਾਡਾ ਫਰਜ਼ ਹੈ ਕਿ ਅਸੀਂ ਇਹਨਾਂ ਵਿਚਾਰਾਂ ਨੂੰ ਅੱਗੇ ਵਧਾਈਏ ਤੇ ਉਸ ਦੇ ਲਈ ਤਤਪਰ ਰਹੀਏ। ਇਹ ਕਾਰਜ ਕਿਸੇ ਵਿਸ਼ੇਸ਼ ਪ੍ਰਚਾਰਕ ਨੇ ਜਾਂ ਕਿਸੇ ਪ੍ਰਬੰਧਕ ਕਮੇਟੀ ਨੇ ਨਹੀਂ ਕਰਨਾ, ਇਹ ਹਰ ਇੱਕ ਸਿੱਖ ਦਾ ਫਰਜ਼ ਹੈ। ਉਹ ਦੁਕਾਨ ਤੇ ਬੈਠਿਆਂ ਵੀ ਇੱਕ ਪ੍ਰਚਾਰਕ ਹੈ, ਨੌਕਰੀ ਕਰਦਿਆਂ ਵੀ ਪ੍ਰਚਾਰਕ ਹੈ, ਕਿਰਸਾਨੀ ਕਰਦਿਆਂ ਵੀ ਪ੍ਰਚਾਰਕ ਹੈ, ਹਰ ਉਸ ਜਗ੍ਹਾ ਤੇ ਉਹ ਪ੍ਰਚਾਰਕ ਹੈ ਜਿੱਥੇ ਵੀ ਬੈਠਾ ਉਹ ਸਮਾਜ ਦਾ ਕਾਰਜ ਕਰ ਰਿਹਾ ਹੈ ਜਾਂ ਪਰਿਵਾਰ ਦਾ ਕਾਰਜ ਕਰ ਰਿਹਾ ਹੈ। ਸੋ ਅੱਜ ਦੀ ਚੌਥੀ ਪੌੜੀ ਦੀ ਮੈਂ ਵਿਚਾਰ ਆਪ ਜੀ ਦੇ ਨਾਲ ਸਾਂਝੀ ਪਾਈ ਹੈ। ਇਸ ਸਾਂਝ ਵਿੱਚ ਬਹੁਤ ਸਾਰੀਆਂ ਗਲਤੀਆਂ ਰਹਿ ਗਈਆਂ ਹੋਣਗੀਆਂ, ਮੈਂ ਇਸ ਦਾ ਖਿਮਾ ਦਾ ਜਾਚਕ ਹਾਂ। ਜਾਣੇ ਅਣਜਾਣੇ ਚ ਗੁਰਮਤ ਤੋਂ ਕੁਝ ਕਿਹਾ ਗਿਆ ਹੋਏ, ਇਸ ਦਾ ਵੀ ਖਿਮਾ ਦਾ ਜਾਚਕ। ਆਪ ਸਾਰੇ
ਅਤੀ ਧੰਨਵਾਦੀ ਹੋ ਜਿਨ੍ਹਾਂ ਨੇ ਬੜੀ ਸਹਿਜ ਦੇ ਨਾਲ ਸਾਰੀਆਂ ਵਿਚਾਰਾਂ ਸੁਣੀਆਂ ਨੇ। ਭੁੱਲਾਂ ਨੂੰ ਬਖਸ਼ ਕੇ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ